ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਇਕ ਦੂ ਜੀਬੋ ਲਖ ਹੋਹੇ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼। ਇਕ ਦੂ ਜੀਬੋ ਲਖ ਹੋਹੇ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼। ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਚੌਰ ਤਖਤ ਦੇ ਮਾਲਕ ਦੋ ਜਹਾਂ ਵਾਲੇ ਗਰੀਬ ਨਿਵਾਜ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਆਵੋ ਹਜ਼ੂਰ ਦੀ ਸਿਫਤੋ ਸਲਾਹ ਕਹਿਣ ਤੋਂ ਪਹਿਲਾਂ ਹਜ਼ੂਰ ਦੇ ਪਾਵਨ ਕਦਮਾਂ ਵਿੱਚ ਅਦਬ ਸਤਿਕਾਰ ਪਿਆਰ ਸਹਿਤ ਸਮੂਹ ਸੰਗਤ ਰਲ ਮਿਲ ਨਿਵਾਵੋ ਸੀਸ। ਅਦਬ ਸਹਿਤ ਆਖੋ ਜੀ ਸਤਨਾਮ ਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇਕ ਦੂ ਜੀਬੂ ਲਖ ਹੋਹੇ ਲਖ ਹੋਵਹਿ ਲਖ ਵੀਸ
ਲੜੀਵਾਰ ਚੱਲ ਰਹੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਪਾਵਨ ਵਿਚਾਰ ਜੋ ਆਪ ਜੀ ਹਰ ਰੋਜ਼ ਗੁਰੂ की सिफतो सलाह करने वाले गुरमुख जना तो ਅੰਮ੍ਰਿਤ ਸਿਫਤ ਦੇ ਅੰਮ੍ਰਿਤ ਬੋਲ ਸ਼ਰਵਣ ਕਰਦੇ ਆ ਰਹੇ ਹੋ। ਅੱਜ ਜੋ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਤਰੁੱਠ ਕੇ ਸਾਡੀ ਝੋਲੀ ਵਿੱਚ ਖੈਰ ਪਾਈ ਹੈ, ਜਪਜੀ ਸਾਹਿਬ ਜੀ ਦੀ 32ਵੀਂ ਪੌੜੀ ਦਾ ਪਾਠ ਆਪ ਜੀ ਨੇ ਹੁਣੇ ਭਾਈ ਸਾਹਿਬ ਦੀ ਰਸਨਾ ਤੋਂ ਸ਼ਰਵਣ ਕੀਤਾ। ਤੋ ਬਖਸ਼ਿਸ਼ਾਂ ਦੇ ਘਰ ਵਿੱਚ ਆਏ ਹਜ਼ੂਰ ਕਹਿੰਦੇ ਨੇ 1 2 ਜੀ ਭਉ ਲੱਖ ਹੋਏ, ਫਿਰ ਕਹਿੰਦੇ ਲੱਖ ਹੋਵੇਂ ਲੱਖ 20। ਅੱਖਰੀ ਅਰਥ ਇਸ ਤਰ੍ਹਾਂ ਕਰਾਂਗੇ, ਜੀਭਾ ਇੱਕ ਦਿੱਤੀ ਇਹ ਨਿਰੰਕਾਰ ਨੇ, ਤੇ ਜੇ ਮਾਲਕ ਤਰੁੱਠ ਪੈ ਤੇ ਕਦੇ ਇੱਕ ਜੀਭਾ ਦੀ ਥਾਂ ਤੇ 2 ਲਾ ਦੇ। ਤੇ ਪੁੱਛਿਆ ਮਹਾਰਾਜ 2 ਨਾਲ ਵੀ ਗੱਲ ਨਾ ਬਣੇ, ਜੇ ਹੋਰ ਹੋਣ? ਸਾਹਿਬ ਕਹਿੰਦੇ ਜੇ ਦੋਵਾਂ ਤੋਂ 20 ਲੱਖ ਵੀ ਹੋ ਜਾਣ, ਗੱਲ ਖਤਮ ਕਰ ਦਿੱਤੀ। ਕਹਿਣ ਲੱਗੇ 2 ਨਹੀਂ, ਤੂੰ 2 ਦੀ ਗਿਣਤੀ ਛੱਡ, ਜੀਭਾ ਇੱਕ ਤੋਂ 2 ਹੋ ਜਾਣ। ਤੇ ਫਿਰ ਸਾਹਿਬ ਕਹਿੰਦੇ ਨੇ ਜੇ ਦੋਵਾਂ ਤੋਂ 20 ਲੱਖ ਵੀ ਹੋ ਜਾਣ। ਕਿਸ ਤਰ੍ਹਾਂ ਬਚਨ ਆਖੇ, 1 2 ਜੀ ਭਉ ਲੱਖ ਹੋਏ, ਦੋਵਾਂ ਤੋਂ ਲੱਖ ਬਣ ਜਾਣ ਤੇ ਲੱਖ ਤੋਂ ਫਿਰ 20 ਲੱਖ ਤੱਕ ਵੀ ਪਹੁੰਚ ਜਾਏ ਗਿਣਤੀ। ਪਾਤਸ਼ਾਹ ਕਹਿੰਦੇ ਜੇ ਰੱਬ ਦੀ ਸਿਫਤ ਕਰਨ ਲੱਗਿਆਂ ਕੋਈ ਆਖੇ ਕਿ ਇੰਨੀਆਂ ਜੀਭਾਂ ਪ੍ਰਾਪਤ ਕਰਕੇ ਮੈਂ ਪਰਮਾਤਮਾ ਦੀ ਸਿਫਤ ਕਹਿ ਦਿਆਂਗਾ, ਹਜ਼ੂਰ ਕਹਿੰਦੇ ਝੂਠ ਬੋਲਦਾ, ਸਰਾਸਰ ਝੂਠ ਹੈ। 1 2 ਜੀ ਭਉ ਲੱਖ ਹੋਏ, ਲੱਖ ਹੋਵੇਂ ਲੱਖ 20। ਤੇ ਅਗਲੀ ਬਖਸ਼ਿਸ਼ ਕਰਦੇ ਨੇ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇੰਨੀਆਂ ਜੀਭਾਂ ਦੇ ਨਾਲ 20 ਲੱਖ ਜੀਭਾਂ ਨਾਲ ਫਿਰ ਲੱਖ ਲੱਖ ਵਾਰੀ ਵਾਹਿਗੁਰੂ ਜੀ ਦੇ ਨਾਮ ਨੂੰ ਉਚਾਰਨ ਕੀਤਾ ਜਾਏ। ਤੋ ਗਿਣਤੀ ਤੋਂ ਬਾਹਰੀ ਗੱਲ, ਅਸਮਰੱਥ ਹੋ ਗਿਆ ਬੰਦਾ। ਇਹ ਬਿਲਕੁਲ ਸੱਚਾਈ ਹੈ ਕਿ ਜੀਭਾ ਮਿਲੀ ਤਾਂ ਗੁਣ ਗਾਉਣ ਵਾਸਤੇ ਹੀ ਹੈ। 1 ਹੋਵੇ ਜਾਂ 1000 ਹੋਵੇ ਜਾਂ ਲੱਖ ਹੋਵੇ ਜਾਂ ਕਈ ਲੱਖ ਹੋਣ, ਪਰ ਇਸ ਪੌੜੀ ਦਾ ਜਿਹੜਾ ਭਾਵ ਹਜ਼ੂਰ ਨੇ ਦਿੱਤਾ ਹੈ ਨਾ, ਉਹ ਇਹ ਕਿ ਜੀਭਾ ਮਿਲੀ ਗੁਣ ਗਾਉਣ ਵਾਸਤੇ ਹੈ, ਕੋਈ ਸ਼ੱਕ ਨਹੀਂ। ਇਹਦੇ ਬਾਰੇ ਤੇ ਆਖਿਆ ਕਿ ਹੇ ਜੀਭੇ ਤੂੰ ਰਾਮ ਗੁਣ ਗਾਓ। ਹੁਣ ਇੱਕ ਪਾਸੇ ਕਹਿੰਦੇ ਨੇ ਜੇ ਲੱਖਾਂ ਜੀਭਾਂ 20 ਹੋ ਜਾਣ ਤੇ ਰੱਬ ਦੇ ਗੁਣਾਂ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ। ਕੀ ਅਰਥ ਹੋਵੇਗਾ ਇਹਦਾ? ਦੂਰੇ ਪੱਖ ਵਿੱਚ ਜਾ ਕੇ ਅਰਥ ਕਰਾਂਗੇ। ਪਹਿਲਾ ਅਰਥ ਹੈ ਜੀਭਾ ਇੱਕ ਤੋਂ ਅਣਗਿਣਤ ਹੋ ਜਾਣ, ਬਹੁਤ ਜ਼ਿਆਦਾ ਮਿਲ ਜਾਣ, ਪਰ ਜੀਭ ਨਾਲ ਕੀਤੀ ਹੋਈ ਸਿਫਤ ਦਾ ਮਨੁੱਖ ਦੇ ਅੰਦਰ ਅਹੰਕਾਰ ਪੈਦਾ ਨਾ ਹੋਵੇ, ਤੇ ਐਸਾ ਨਾ ਹੋਵੇ ਕਿ ਮਨੁੱਖ ਗਿਣਤੀਆਂ ਤੇ ਮਿਣਤੀਆਂ ਦੇ ਚੱਕਰ ਵਿੱਚ ਪੈ ਜਾਏ। ਬਸ ਇਹ ਇਸ਼ਾਰਾ ਹਜ਼ੂਰ ਨੇ ਅੱਜ ਦੀ ਪੌੜੀ ਵਿੱਚ ਦਿੱਤਾ ਹੈ। ਤੂੰ ਸਿਫਤ ਕਰ, ਸਿਫਤ ਗਾ, ਤੈਨੂੰ ਸਿਫਤ ਗਾਉਣ ਤੋਂ ਇਨਕਾਰ ਨਹੀਂ, ਕਿਉਂਕਿ ਜੀਭਾ ਮਿਲੀ ਸਿਫਤ ਗਾਉਣ ਵਾਸਤੇ। ਉਂਝ ਤੇ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਏ, ਉਹਦੇ ਟੁਕੜੇ ਟੁਕੜੇ ਬਣਾ ਦਈਏ ਜੇ ਉਹ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ। ਦੂਜੇ ਪਾਸੇ ਹਜ਼ੂਰ ਕਹਿੰਦੇ ਨੇ ਜੇ ਲੱਖਾਂ ਜੀਭਾਂ 20 ਹੋਣ ਤੇ ਪਰਮਾਤਮਾ ਦੀ ਸਿਫਤ ਦਾ ਪਾਰਾਵਾਰ ਜਾਣਿਆ ਨਹੀਂ ਜਾ ਸਕਦਾ। ਹੁਣ ਇਹ ਪੱਖ ਨੂੰ ਸਮਝਣਾ ਅਸੀਂ, ਮਿਲੀ ਸਿਫਤ ਲਈ ਹੈ, ਪਰ ਕੀ ਫਰਕ ਹੈ ਕਿ ਇੱਕ ਬੰਦਾ ਸਿਫਤ ਗਾ ਰਿਹਾ, ਉਹਦੀ ਗਾਈ ਸਿਫਤ ਪ੍ਰਵਾਨ ਨਹੀਂ ਹੋ ਰਹੀ। ਇੱਕ ਮਨੁੱਖ ਸਿਫਤ ਗਾ ਰਿਹਾ ਹੈ ਤੇ ਉਹਦੀ ਗਾਈ ਸਿਫਤ ਮਾਲਕ ਦੇ ਦਰ ਪ੍ਰਵਾਨ ਹੋ ਰਹੀ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਗ੍ਹਾ ਜਗ੍ਹਾ ਕਰੀਬ ਕਰੀਬ ਹਰ ਸ਼ਬਦ ਵਿੱਚ ਸੰਕੇਤ ਦਿੱਤਾ ਹੈ ਕਿ ਤੂੰ ਮਾਲਕ ਦਾ ਨਾਮ ਸਿਮਰ। ਤਾਈਓ ਤੇ ਆਖਿਆ ਸੀ ਸਿਮਰ ਮਨਾ
RAM ਨਾਮ ਚਿਤਾਰੇ ਮਨ ਸਿਮਰੇ। ਪਰ ਜੀਭਾ ਦਾ ਵੀ ਕੋਈ ਰੋਲ ਹੋਵੇਗਾ ਜਦੋਂ ਮਨ ਸਿਮਰੇਗਾ। ਜੀਭਾ ਅਭਿਆਸ ਕਰੇਗੀ ਤੇ ਜਿੱਦਣ ਜੀਭਾ ਦਾ ਅਭਿਆਸ ਹੁੰਦਾ ਗਿਆ ਉਦਣ ਮਨ ਨੇ ਗੱਲ ਸਵੀਕਾਰ ਕਰਨੀ ਆਰੰਭ ਕਰ ਦੇਣੀ। ਆ ਹੁਣ ਤੁਸਾਂ ਨੇ ਕਥਾ ਦੀ ਲੜੀ ਤੋਰੀ ਹੈ ਗੁਰੂ ਕੀ ਸੰਗਤ। ਇੱਕ ਦਿਨ ਵਿੱਚ ਹੀ ਵੀ ਤੇ ਕੰਮ ਚੱਲ ਸਕਦਾ ਸੀ। ਆਪਾਂ ਇੱਕ ਦਿਨ ਮੂਲ ਮੰਤਰ ਦੀ ਵਿਆਖਿਆ ਕਰ ਲੈਂਦੇ ਤੇ ਕੰਮ ਚੱਲ ਸਕਦਾ ਸੀ। ਇਹ ਰੋਜ਼-ਰੋਜ਼ ਕਿਉਂ? ਇਹ 15-18 ਸਾਲ ਦਾ ਪ੍ਰੋਜੈਕਟ ਕਿਉਂ? ਇਹਨੂੰ 35-36-38 ਸਾਲ ਅਸੀਂ ਕਿਉਂ ਚਲਾਉਣਾ ਹੈ? ਉਹਦਾ ਮਕਸਦ ਇਹ ਹੈ ਕਿ ਵਾਰ-ਵਾਰ ਜਦੋਂ ਅਸੀਂ ਆਪਣੀ ਰਸਨਾ ਤੋਂ ਮਾਲਕ ਦੀ ਤਾਰੀਫ ਕਰਦੇ ਹਾਂ ਤਾਂ ਸਹਿਜੇ ਸਹਿਜੇ ਸਾਡਾ ਮਨ ਉਸ ਤਾਰੀਫ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੰਦਾ। ਇਹ ਹੈ ਮੁੱਖ ਕਾਰਨ। ਹੁਣ ਹਜ਼ੂਰ ਕਹਿੰਦੇ ਤੂੰ ਗਾ। ਰਸਨਾ ਨੂੰ ਗਾਉਣ ਦੇ ਸੰਕੇਤ ਦਿੱਤੇ ਨੇ ਅੰਮ੍ਰਿਤ ਬਾਣੀ ਵਿੱਚ। ਥਾਵੇਂ ਥਾਵੇਂ ਇਹ ਇਸ਼ਾਰੇ ਸਾਨੂੰ ਮਿਲਣਗੇ। ਪਰ ਦੂਜਾ ਪੱਖ ਰੱਖਦੇ ਨੇ ਜੇ ਕੋਈ ਇਨਸਾਨ ਰਸਨਾ ਨਾਲ ਗਾ ਕੇ ਪਰਮਾਤਮਾ ਦਾ ਅੰਤਲਾ ਪਾਸਾ ਲੱਭਣ ਦਾ ਯਤਨ ਕਰੇ ਕਿ ਮੈਂ ਪੂਰਨ ਸਿਫਤ ਜ਼ੁਬਾਨ ਨਾਲ ਕਹਿ ਦਿਆਂ ਤਾਂ ਸਾਹਿਬ ਕਹਿੰਦੇ ਤੇਰੀ ਗਾਈ ਹੋਈ ਸਿਫਤ ਵਿਅਰਥ ਹੋ ਗਈ। ਹੁਣ ਗਾ ਦੋਨੇ ਰਹੇ ਨੇ। ਵੇਖੋ ਭੋਜਨ ਤੇ ਤਿਆਰ ਹੋ ਰਿਹਾ ਹੈ। ਇੱਕ ਸੁਆਣੀ ਉਹ ਹੈ ਜਿਹੜੀ ਭੋਜਨ ਨੂੰ ਤਿਆਰ ਕਰਦੀ ਹੈ ਬੜੀ ਸੁਚੇਤ ਹੋ ਕੇ। ਉਹਨੇ ਹਰ ਚੀਜ਼ ਇੱਕ ਮਿਕਦਾਰ ਵਿੱਚ ਪਾਈ ਹੈ। ਪਰ ਇੱਕ ਸੁਆਣੀ ਨੇ ਅਣਜਾਣਪੁਣੇ ਵਿੱਚ ਉਸ ਭੋਜਨ ਅੰਦਰ ਲੋੜੋਂ ਵਧੇਕ ਨਮਕ ਪਾਇਆ, ਅਗਨ ਤੇਜ਼ ਜਲਾ ਦਿੱਤੀ ਹੈ ਤੇ ਵਹਿੰਦਿਆਂ ਹੀ ਵਹਿੰਦਿਆਂ ਭੋਜਨ ਥੱਲੇ ਜਲ ਗਿਆ। ਜਦੋਂ ਪਰੋਸ ਕੇ ਕਿਸੇ ਦੇ ਸਾਹਮਣੇ ਰੱਖਿਆ ਉਹਨੇ ਥਾਲੀ ਪਰਾਂ ਵਗਾ ਕੇ ਕਰ ਦਿੱਤੀ। ਕਹਿਣ ਲੱਗਾ ਇਹ ਕੋਈ ਖਾਣ ਵਾਲਾ? ਬਸ ਇਹੀ ਗੱਲ ਸਿਫਤ ਦੀ। ਰੱਬ ਦੀ ਸਿਫਤ ਕਰਨ ਲੱਗਿਆਂ ਇੱਕ ਇਨਸਾਨ ਸਿਫਤ ਗਾਉਂਦਾ ਹੈ ਤੇ ਸਿਫਤ ਦੇ ਦਾਤੇ ਦੀ ਸਿਫਤ ਕਰਦਿਆਂ ਕਰਦਿਆਂ ਉਹਦੇ ਵਿੱਚ ਵਲੀਨ ਹੋ ਜਾਂਦਾ ਹੈ। ਪਰਮਾਤਮਾ ਰੀਝਦਾ ਚਲਿਆ ਜਾਂਦਾ ਹੈ। ਇੱਕ ਇਨਸਾਨ ਸਿਫਤ ਗਾਉਂਦਾ ਹੈ ਔਰ ਅਹੰਕਾਰ ਦੇ ਨਾਲ ਭਰਦਾ ਚਲਿਆ ਜਾਂਦਾ ਹੈ। ਔਰ ਜਿਹੜਾ ਇਨਸਾਨ ਗਿਣ ਮਿਣ ਕੇ ਸਿਫਤ ਕਰੇਗਾ ਉਹਦੇ ਅੰਦਰ ਅਹੰਕਾਰ ਨੇ ਉਤਪੰਨ ਹੋਣਾ। ਇਹ ਬਾਣੀ ਤੇ ਅਹੰਕਾਰ ਮਿਟਾਉਂਦੀ ਹੈ। ਤੇ ਜੇ ਜਪ ਜਪ ਕੇ ਅਹੰਕਾਰ ਪੈਦਾ ਹੋ ਜਾਏ ਤੇ ਫਿਰ ਜਪਣ ਦਾ ਕੀ ਫਾਇਦਾ? ਗੁਰਬਾਣੀ ਨੇ ਅਹੰਕਾਰ ਮਿਟਾਉਣਾ ਹੈ, ਸਾਡੇ ਅੰਦਰ ਦੀ ਈਗੋ ਨੂੰ ਖਤਮ ਕਰਨਾ ਹੈ। ਪਰ ਜੇ ਜਪ ਜਪ ਕੇ ਅਹੰਕਾਰ ਹੀ ਪੈਦਾ ਹੋ ਜਾਏ, ਬਈ ਇਸ਼ਨਾਨ ਤੇ ਤਾਂ ਕਰੀਦਾ ਕਿ ਤਨ ਮੈਲਾ ਹੈ, ਤਨ ਦੀ ਸਾਫ ਸਫਾਈ ਹੋ ਜਾਏ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨੇ ਆਪਣੇ ਪਾਵਨ ਸ਼ਲੋਕਾਂ ਵਿੱਚ, ਹਜ਼ੂਰ ਕਹਿੰਦੇ ਨੇ ਵੇਖੋ ਤੀਰਥ ਬਰਤ ਅਰ ਦਾਨ ਕਰ। ਫਿਰ ਕੀ ਆਖਿਆ? ਮਨ ਮੈਂ ਧਰੈ ਗੁਮਾਨ। ਇੱਕ ਮੈਂ ਸਪਸ਼ਟ ਕਰ ਦਿਆਂ, ਤੀਰਥ ਸਾਡਾ ਕਰਮ ਨਹੀਂ ਹੈ, ਦਾਨ ਸਾਡਾ ਕਰਮ ਨਹੀਂ ਹੈ। ਇਹ ਦਾਨ ਉਹ ਦਾਨ ਜਿਹੜਾ ਪੰਡਿਤ ਜ਼ੋਰ ਪਾਉਂਦੇ ਸਨ। ਉੱਦਾਂ ਤੇ ਦਾਨ ਕਰਨ ਲਈ, ਧਰਮ ਕਰਮ ਕਰਨ ਲਈ, ਕਿਉਂਕਿ ਸਾਡੀ ਬੋਲੀ ਵਿੱਚ, ਗੁਰਮਤਿ ਦੀ ਬੋਲੀ ਵਿੱਚ, ਗੁਰੂ ਨਾਨਕ ਦੀ ਆਵਾਜ਼ ਵਿੱਚ ਦਾਨ ਸ਼ਬਦ ਨਹੀਂ, ਗੁਰੂ ਨਾਨਕ ਦੀ ਆਵਾਜ਼ ਵਿੱਚ ਸ਼ਬਦ ਭੇਟਾ ਤੇ ਸੇਵਾ ਹੈ। ਬਸ ਇਹ ਵੀ ਫਰਕ ਹੈ ਨਾ। ਤੁਸੀਂ ਅਖੰਡ ਪਾਠ ਸਾਹਿਬ ਰਖਵਾਇਆ ਤੇ ਇੱਕ ਸ਼ਬਦ ਇਸਤੇਮਾਲ ਕਰਦੇ ਹੋ, ਦੇਣੇ ਤੇ ਅਸੀਂ ਧਾਨੀ ਹੈ, ਪਰ ਉੱਥੇ ਸ਼ਬਦ ਇਸਤੇਮਾਲ ਹੁੰਦਾ ਭੇਟਾ। ਸਿੱਖ ਜਦੋਂ ਵੀ ਸਤਿਗੁਰੂ ਦੇ ਸਨਮੁਖ ਕੁਝ ਅਰਪਣ ਕਰਦਾ ਹੈ ਉਹ ਦਾਨ ਨਹੀਂ ਹੋ ਸਕਦਾ। ਭਾਵੇਂ ਉਹ ਇੱਕ ਪਾਈ ਹੋਵੇ, ਇੱਕ ਪੈਸਾ, ਇੱਕ ਰੁਪਈਆ, ਕਿੰਨਾ ਥੋੜਾ ਹੋਵੇ, ਤੇ ਭਾਵੇਂ ਉਹ ਲੱਖਾਂ ਤੇ ਕਰੋੜਾਂ ਦੀ ਗਿਣਤੀ ਵਿੱਚ ਹੋਵੇ। ਇਹ ਨਹੀਂ ਕਿ ਉਹ ਮਨੁੱਖ ਆਖੇ ਮੈਂ ਇਹ ਦਾਨ ਕੀਤਾ। ਬਹੁਤੇ ਲੋਕ ਥੋੜੇ ਨੂੰ ਭੇਟਾ ਕਹਿੰਦੇ ਨੇ, ਬਹੁਤੇ ਨੂੰ ਦਾਨ ਕਹਿੰਦੇ ਨੇ। ਇਹ ਵੀ ਭੁਲੇਖਾ ਆਪਣੇ ਚਿੱਤ ਚੋਂ ਕੱਢ ਲੈਣਾ। ਥੋੜੇ ਤੇ ਬਹੁਤੇ ਨਾਲ ਗੁਰੂ ਦਾ ਕੋਈ ਸੰਬੰਧ ਨਹੀਂ ਹੈ, ਇਹ ਤਵੱਜੋ ਦੇਣੀ ਹੈ। ਹੁਣ ਸਾਹਿਬ ਕਹਿੰਦੇ ਨੇ ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਇਹ ਸਾਰ ਪ੍ਰਗਟ ਕੀਤਾ ਹੈ ਕਿ ਜੇ ਧਰਮ ਦਾ ਕੋਈ ਕਰਮ ਕਮਾ ਲਿਆ, ਉਹਦੇ ਨਾਲ ਮਨ ਦੇ ਅੰਦਰ ਅਹੰਕਾਰ ਪੈਦਾ ਹੋ ਗਿਆ ਤੇ ਕੀਤਾ ਹੋਇਆ ਧਰਮ ਦਾ ਕਰਮ ਕਿਵੇਂ ਅਕਾਰਥ ਹੋਇਆ? ਹਜ਼ੂਰ ਨੇ ਇਸ਼ਾਰਾ ਦਿੱਤਾ ਹੈ ਨਾ, ਮਨ ਮੈਂ ਧਰੈ ਗੁਮਾਨ। ਕਹੋ ਨਾਨਕ, ਹੇ ਨਾਨਕ ਆਖ ਇਹ ਸੰਸਾਰ ਦੇ ਲੋਕਾਂ ਨੂੰ ਦੱਸ ਇਹ ਵਿਅਰਥ ਆ। ਪੁੱਛਿਆ ਕਿਵੇਂ? ਹਜ਼ੂਰ ਕਹਿਣ ਲੱਗੇ ਜਿਵੇਂ ਹਾਥੀ ਪਾਣੀ ਵਿੱਚ ਵੜ ਕੇ ਇਸ਼ਨਾਨ ਕਰੇ ਪਰ ਬਾਹਰ ਨਿਕਲ ਕੇ ਆਪਣੇ ਪਿੰਡੇ ਤੇ ਫਿਰ ਖੇਹ ਪਾ ਲਵੇ।
ਜਪਿਆ ਜੀਭਾ ਦੇ ਨਾਲ, ਸਿਮਰਿਆ, ਬਹੁਤ ਸਿਮਰਿਆ। ਪਰ ਸਿਮਰ ਸਿਮਰ ਕੇ ਅਹੰਕਾਰ ਪੈਦਾ ਹੋ ਗਿਆ। ਜਿਹੜਾ ਮੇਰੇ ਸਾਹਮਣੇ ਖਲੋਤਾ ਇਹ ਤੇ ਨੀਚ ਹੈ, ਇਹ ਤੇ ਨੀਵਾਂ ਹੈ, ਇਹ ਤੇ ਊਣਾ ਹੈ, ਇਹ ਤੇ ਜਪਦਾ ਨਹੀਂ। ਔਰ ਜਦੋਂ ਮਨੁੱਖ ਦੇ ਅੰਦਰ ਜਪਣ ਉਪਰੰਤ ਇਹ ਅਹੰਕਾਰ ਪੈਦਾ ਹੋਵੇਗਾ, ਉਹਦਾ ਜਪਿਆ ਹੋਇਆ ਅਹੰਕਾਰ ਬਣ ਗਿਆ, ਔਰ ਅਹੰਕਾਰ ਸਾਨੂੰ ਨਿਰੰਕਾਰ ਤੱਕ ਕਦੇ ਵੀ ਨਹੀਂ ਲੈ ਕੇ ਜਾਏਗਾ। ਜਪਿਆ ਅਹੰਕਾਰ ਬਣ ਗਿਆ। ਜਪਣ ਕਰਕੇ ਤੇਰੇ ਅੰਦਰ ਨਿਮਰਤਾ ਆਵੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਉਂ ਆਖਿਆ ਸੀ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਪਰ ਸਾਹਿਬ ਕਹਿੰਦੇ ਇੱਥੇ ਹਾਲਤ ਇਹ ਹੈ, ਸਭ ਕੋ ਨਿਵੈ ਆਪ ਕਹੋ। ਲੋਕ ਮੇਰੇ ਅੱਗੇ ਝੁਕਣ, ਸੰਸਾਰ ਮੇਰੇ ਅੱਗੇ ਸਿਰ ਨਿਵਾਏ, ਪਰ ਮੇਰਾ ਸਿਰ ਕਿਸੇ ਦੇ ਅੱਗੇ ਨਾ ਝੁਕੇ। ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਹਜ਼ੂਰ ਕਹਿੰਦੇ ਧਰ ਤਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਜਿਹੜਾ ਪੱਲੜਾ ਝੁਕਦਾ ਹੈ ਅਸਲ ਵਿੱਚ ਭਾਰਾ ਤੇ ਉਹੀ ਮੰਨਿਆ ਜਾਂਦਾ ਹੈ ਨਾ। ਤੇ ਜਦੋਂ ਕੋਈ ਜਪ ਜਪ ਕੇ ਨਿਮਰਤਾ ਵਿੱਚ ਆ ਜਾਏ, ਆਪ ਜੀ ਨੂੰ ਪਤਾ ਨਾ ਬਾਬਾ ਨੰਦ ਸਿੰਘ ਨੇ ਜਪਿਆ, ਬਹੁਤ ਜਪਿਆ, ਪਰ ਜਦੋਂ ਜਪਦੇ ਗਏ ਤੇ ਜਪਦਿਆਂ ਜਪਦਿਆਂ ਉਹਨਾਂ ਦਾ ਸਿੰਘਾਸਣ ਨੀਵਾਂ ਹੁੰਦਾ ਗਿਆ। ਇਹ ਗੱਲ ਆਪਾਂ ਸਾਰੇ ਜਾਣਦੇ। ਪਹਿਲਾਂ ਜ਼ਮੀਨ ਤੇ ਬਹਿੰਦੇ, ਜਿੱਥੇ ਗੁਰੂ ਕੇ ਕੀਰਤਨੀਏ ਬਹਿੰਦੇ ਉਹਨਾਂ ਦੇ ਬਰਾਬਰ ਬਹਿ ਜਾਂਦੇ ਸੀ। ਜਿਵੇਂ ਜਿਵੇਂ ਬੰਦਗੀ ਵੱਧਦੀ ਗਈ, ਉਹਨਾਂ ਨੇ ਕੀਰਤਨੀਆਂ ਤੋਂ ਆਸਣ ਹੇਠਾਂ ਕਰ ਲਿਆ। ਬੰਦਗੀ ਹੋਰ ਵੱਧ ਗਈ, ਅੰਦਰ ਹੋਰ ਨਿਮਰਤਾ ਆ ਗਈ, ਤੇ ਉਹਨਾਂ ਨੇ ਆਸਣ ਸੰਗਤ ਤੋਂ ਵੀ ਨੀਵਾਂ ਕਰ ਲਿਆ। ਆਪ ਜੀ ਨੂੰ ਪਤਾ ਨਾ, ਪਹਿਲਾਂ ਆਸਣ ਬਰਾਬਰ, ਫਿਰ ਆਸਣ ਕੀਰਤਨੀਆਂ ਤੋਂ ਨੀਵਾਂ ਹੋ ਗਿਆ। ਤੇ ਜਿੱਦਣ ਅੰਦਰ ਅਤ ਦੀ ਨਿਮਰਤਾ ਪੈਦਾ ਹੋ ਗਈ, ਜਪਦਿਆਂ ਜਪਦਿਆਂ, ਜਿਹਨੂੰ ਮਿੱਠਤ ਨੀਵੀਂ ਆਖਿਆ, ਜਿੱਦਣ ਉਹ ਅੰਦਰ ਪ੍ਰਵੇਸ਼ ਕਰ ਗਈ, ਉਸ ਦਿਨ ਉਹਨਾਂ ਦਾ ਆਸਣ ਸੰਗਤ ਤੋਂ ਵੀ ਨੀਵਾਂ ਹੋ ਗਿਆ। ਔਰ ਉੱਥੇ ਬਹਿ ਕੇ ਬੰਦਗੀ ਕਰਦੇ ਸੀ ਜਿੱਥੇ ਸੰਗਤ ਦਾ ਸਿਰ ਆਉਂਦਾ ਹੈ, ਗੁਰੂ ਕੀ ਸੰਗਤ, ਸੰਗਤ ਦੇ ਚਰਨ ਤੇ ਉਹਨਾਂ ਦਾ ਸੀਸ, ਉਹਦੇ ਬਰਾਬਰ ਆਸਣ ਲੱਗਦਾ ਸੀ। ਕਾਰਨ ਕੀ ਸੀ ਇਹਦਾ? ਇਹਦਾ ਕਾਰਨ ਸੀ ਜਦੋਂ ਕਿਸੇ ਬੰਦਗੀ ਕਰਨ ਵਾਲੇ ਦੇ ਅੰਦਰ ਬੰਦਗੀ ਘਰ ਕਰਦੀ ਹੈ, ਉਹਦਾ ਅਹੰਕਾਰ ਨਾਸ਼ ਹੁੰਦਾ ਜਾਂਦਾ ਹੈ, ਔਰ ਉਹਦੇ ਅੰਦਰ ਨਿਮਰਤਾ ਤੇ ਸ਼ੁਭ ਗੁਣਾਂ ਦਾ ਵਸੇਬਾ ਹੁੰਦਾ ਜਾਂਦਾ। ਪਰ ਸਾਹਿਬ ਕਹਿੰਦੇ ਨੇ, ਜੇ ਜਪਣ ਵਾਲਾ ਹੰਕਾਰੀ ਹੋ ਜਾਏ, ਆਖੇ ਮੈਂ ਜਪ ਕੇ ਪ੍ਰਮਾਤਮਾ ਨੂੰ ਪਾ ਲਵਾਂਗਾ, ਤਾਂ ਇਹ ਉਸ ਦੀ ਝੂਠੀ ਗਾਪੇ। ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇਂ ਲੱਖ 20। ਸਾਹਿਬ ਕਹਿੰਦੇ ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਤੂੰ ਲੱਖਾਂ ਵਾਰ ਅਲਾਈ ਜਾ, ਸਿਫਤ ਕਰੀ ਜਾ, ਪਰ ਕਦੇ ਇਸ ਹੰਕਾਰ ਨਾਲ ਨਾ ਭਰੀ ਕਿ ਜਪ ਜਪ ਕੇ ਪਹੁੰਚ ਜਾਵਾਂਗਾ। ਜਪ ਕੇ ਨਹੀਂ ਪਹੁੰਚਿਆ ਜਾ ਸਕਦਾ। ਫਿਰ ਬੰਦਾ ਕਹਿੰਦਾ ਕੀ ਕਰਾਂ? ਗੁਰਬਾਣੀ ਕਿਉਂ ਕਹਿੰਦੀ ਹੈ ਜਪੋ? ਗੁਰਬਾਣੀ ਤੇ ਕਹਿੰਦੀ ਜਪ ਮਨ ਸਤਨਾਮ ਸਦਾ ਸਤਨਾਮ। ਫਿਰ ਕਿਉਂ ਕਹਿ ਰਹੀ ਹੈ? ਜੇ ਜਪ ਕੇ ਪੁੱਜਿਆ ਹੀ ਨਹੀਂ ਜਾਣਾ ਤੇ ਫਿਰ ਬਾਣੀ ਕਿਉਂ ਵਾਰ-ਵਾਰ ਸੰਕੇਤ ਦੇ ਰਹੀ ਹੈ ਤੂੰ ਜਪ? ਗੁਰਬਾਣੀ ਇਸ ਲਈ ਸੰਕੇਤ ਦਿੰਦੀ ਹੈ ਕਿ ਜਪਣ ਦੇ ਨਾਲ ਤੇਰੇ ਅੰਦਰ ਸ਼ਵਸ਼ਤਾ ਵੀ ਪੈਦਾ ਹੁੰਦੀ ਜਾਏ, ਤੇਰਾ ਅੰਦਰ ਵੀ ਨਿਰਮਲ ਹੁੰਦਾ ਜਾਏ। ਗੁਰੂ ਕੇ ਪਿਆਰੇ ਬੈਠੇ ਸਨ ਕਮਰੇ ਦੇ ਵਿੱਚ, ਕਹਿਣ ਲੱਗੇ ਗੱਲ ਕਰਦਿਆਂ ਕਰਦਿਆਂ ਜਿੱਥੇ ਸਾਡਾ ਆਤਮਿਕ ਮਿਆਰ, ਸੰਗਤ ਦਾ ਮਿਆਰ ਉੱਚਾ ਹੋਵੇ, ਉੱਥੇ ਗੱਲ ਕਹਿਣ ਵਾਲੇ ਦਾ ਵੀ ਨਾਲ ਨਾਲ ਮਿਆਰ ਉੱਚਾ ਹੋਵੇ। ਔਰ ਇਹ ਬਿਲਕੁਲ ਸੱਚਾਈ ਹੈ, ਹੋਣਾ ਚਾਹੀਦਾ। ਕਿਉਂਕਿ ਜਿੰਨਾ ਸਾਡੀਆਂ ਬਾਹਾਂ ਵਿੱਚ ਬਲ ਹੋਏਗਾ, ਤੀਰ ਉਨੀ ਦੂਰ ਜਾਣਾ ਹੈ। ਤੀਰ ਚਲਾਇਆ ਹੋਇਆ ਡੌਲਿਆਂ ਦੇ ਜ਼ੋਰ ਨਾਲ ਜਾਣਾ ਹੈ। ਜਿੰਨਾ ਬਲ ਬਾਹਾਂ ਵਿੱਚ ਹੋਵੇਗਾ, ਤੀਰ ਓਨਾ ਦੂਰ ਜਾ ਕੇ ਨਿਸ਼ਾਨਾ ਫੁੰਡੇਗਾ। ਤੇ ਜੇ ਅੰਦਰ ਬਲ ਕੋਈ ਨਹੀਂ ਤੇ ਜ਼ੁਬਾਨ ਦੇ ਬੋਲ ਵਾਉ ਦੀ ਤਰ੍ਹਾਂ ਚਲੇ ਜਾਂਦੇ ਨੇ। ਫਿਰ ਕਬੀਰ ਸਾਹਿਬ ਕਹਿ ਦਿੰਦੇ ਨੇ, ਕਹਿਣ ਲੱਗੇ ਇਹ ਸਾਕਤ ਦੇ ਜ਼ੁਬਾਨ ਦੇ ਆਏ ਬੋਲ, ਸਾਕਤ ਕਾ ਬਕਨਾ ਇਉਂ ਜਾਨੋ ਜੈਸੇ ਪਵਨ ਚੁਲਾਈ। ਉਹ ਬੋਲ ਰਿਹਾ ਹੈ, ਪਰ ਉਹਦਾ ਬੋਲਣਾ ਇਸ ਤਰ੍ਹਾਂ ਹੋ ਗਿਆ ਜਿਵੇਂ ਹਵਾ ਦਾ ਝੋਕਾ ਆਇਆ ਔਰ ਚਲਾ ਗਿਆ। ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਕੀ ਕਹਿੰਦੇ? ਅੰਧੇ ਏਕ ਨਾ ਲਾਗਈ। ਇਹਨੂੰ ਤੇ ਗੱਲ ਸਮਝ ਹੀ ਨਹੀਂ ਆਉਂਦੀ। ਇਹਦੇ ਤਾਂ ਕੰਨ ਵਿੱਚ ਗੁਰੂ ਬਚਨ ਪਾਉਂਦਾ ਹੈ, ਪਰ ਗੁਰੂ ਦੇ ਬਚਨਾਂ ਤੇ ਅਹੰਕਾਰ ਕਰੀ ਜਾਂਦਾ ਹੈ। ਕਿੱਦਾਂ ਦਾ? ਮੈਂ ਕਈ ਵਾਰ ਅਰਜ਼ ਕਰਦਾ ਹੁੰਦਾ, ਬਾਪ ਬਾਜ਼ਾਰ ਚੋਂ ਇੱਕ ਟੋਕਰੀ ਭਰ ਕੇ ਸੇਬ ਦੀ ਲੈ ਕੇ ਆਇਆ। ਉਹਨੇ ਲਿਆ ਕੇ ਆਪਣੇ ਬੱਚੇ ਦੇ ਸਾਹਮਣੇ ਸੇਬ ਰੱਖ ਦਿੱਤੇ ਬਹੁਤ ਸਾਰੇ, ਔਰ ਉਹ ਟੋਕਰੀ ਪੂਰੀ ਤੇ ਕਬਜ਼ਾ ਕਰਕੇ ਬਹਿ ਗਿਆ।
ਬਾਪ ਐ ਕਰਕੇ ਹੱਥ ਕਰਦਾ ਵੀ ਬੇਟਾ ਇੱਕ ਸੇਬ ਮੈਨੂੰ ਦੇ, ਤੇ ਕਹਿੰਦਾ ਮੈਂ ਨਹੀਂ ਦੇਣਾ, ਇਹ ਸੇਬ ਮੇਰੇ ਨੇ। ਪੂਰੀ ਟੋਕਰੀ ਤੇ ਕਬਜ਼ਾ ਕਰਕੇ ਬਹਿ ਗਿਆ। ਤੇ ਜੇ ਕਿਤੇ ਹੱਥ ਵਧਾ ਕੇ ਦੇ ਵੀ ਇੱਕ, ਤੇ ਉਹਨੂੰ ਪੁੱਛੀਏ ਬੇਟਾ ਸੇਬ ਕਿਹਦੇ ਨੇ, ਕਿਹਨੂੰ ਦੇ ਰਿਹਾ, ਤੇ ਕਹਿਣ ਲੱਗਾ ਸੇਬ ਮੇਰੇ ਨੇ, ਮੈਂ ਪਿਤਾ ਨੂੰ ਦੇ ਰਿਹਾ। ਉਹ ਜਦੋਂ ਮਨੁੱਖਾ ਰੱਬ ਦੀ ਤਾਰੀਫ ਦੇ ਬੋਲ ਬੋਲੇ, ਉਹ ਜੀਭਾ ਉਹਦੀ ਦਿੱਤੀ ਹੋਈ, ਮਤ ਉਹਦੀ ਬਖਸ਼ੀ ਹੋਈ, ਇਹ ਸਰੀਰ ਕਾਇਆ ਉਹਦੀ ਬਣਾਈ ਹੋਈ, ਤੇ ਤੇਰਾ ਤੇ ਆਪਣਾ ਕੁਝ ਵੀ ਨਹੀਂ। ਤੂੰ ਕਿਵੇਂ ਕਹੇਂਗਾ ਇਹ ਮੇਰਾ ਹੈ? ਨਾ ਜੀਭਾ ਤੇਰੀ ਆਪਣੀ, ਨਾ ਨੇਤਰ ਤੇਰੇ ਆਪਣੇ, ਨਾ ਮਤ ਤੇਰੀ ਆਪਣੀ, ਨਾ ਤੇਰੀ ਸਮਰੱਥਾ। ਆ ਬੋਲ ਨਿਕਲ ਰਹੇ ਨੇ, ਇਹ ਤੇਰੇ ਆਪਣੇ ਨਹੀਂ। ਇਹ ਮਾਲਕ ਚਾਹੇ ਤਾਂ ਤੇਰੀ ਕੰਠੇ ਨੂੰ ਘੁੱਟਦਾ, ਇਹ ਤੇਰੇ ਬੋਲ ਵੀ ਬੰਦ ਹੋ ਜਾਣ, ਬੋਲ ਵੀ ਤੇਰੇ ਆਪਣੇ ਨਹੀਂ। ਤੇ ਬੋਲ ਕੇ ਅਹੰਕਾਰ ਕਰਦਾ ਕਿ ਮੈਂ ਸਿਫਤ ਕਰ ਰਿਹਾ। ਇਸ ਅਹੰਕਾਰ ਨੂੰ ਤੋੜ ਸੁੱਟ, ਕਿਉਂਕਿ ਅਹੰਕਾਰ ਨਿਰੰਕਾਰ ਦੇ ਵਿਚਾਲੇ ਦੀਵਾਰ ਹੈ। ਇਸ ਹਉਮੈ ਦੀ ਕੂੜ ਦੀ ਪਾਲ ਨੂੰ ਤੋੜਨਾ ਹੈ, ਔਰ ਜਦੋਂ ਤੱਕ ਇਹ ਟੁੱਟੇਗੀ ਨਹੀਂ, ਉਦੋਂ ਤੱਕ ਸਾਡਾ ਸੰਬੰਧ ਨਿਰੰਕਾਰ ਨਾਲ ਜੁੜੇਗਾ ਕਿਵੇਂ? ਗੁਰੂ ਕੀ ਸੰਗਤ ਚੱਲਣ ਲਈ, ਮੰਜ਼ਿਲ ਤੱਕ ਜਾਣ ਲਈ ਸਾਡੇ ਕੋਲ ਮਾਧਿਅਮ ਹੁੰਦੇ ਨੇ, ਆਪਣੀਆਂ ਆਪਣੀਆਂ ਸਵਾਰੀਆਂ ਨੇ, ਆਪਣੀ ਆਪਣੀ ਸਮਰੱਥਾ ਅਨੁਸਾਰ। ਕੋਈ ਸਾਈਕਲ ਤੇ ਚੱਲਦਾ ਹੈ, ਕੋਈ ਬਾਈਕ ਤੇ ਚੱਲਦਾ ਹੈ, ਕੋਈ ਕਾਰ ਤੇ ਚੱਲਦਾ ਹੈ, ਕੋਈ ਹਵਾਈ ਜਹਾਜ਼ ਤੇ ਚੱਲਦਾ ਹੈ। ਚੱਲਣ ਲਈ ਇਹ ਸਾਰੀਆਂ ਚੀਜ਼ਾਂ ਸਾਰਥਿਕ ਨੇ, ਮੰਜ਼ਿਲ ਤੱਕ ਲਿਜਾਂਦੀਆਂ ਨੇ। ਸਿਮਰਨ, ਸਿਫਤ ਸਲਾਹ ਮੰਜ਼ਿਲ ਤੱਕ ਲਿਜਾਂਦੀ ਹੈ, ਕੋਈ ਸ਼ੱਕ ਨਹੀਂ। ਪਰ ਇੱਕ ਉਦਾਹਰਨ ਦੇ ਜ਼ਰੀਏ ਮੈਂ ਆਪ ਨਾਲ ਗੱਲ ਸਾਂਝੀ ਕਰਨ ਦਾ ਪ੍ਰਯਾਸ ਕਰਾਂਗਾ। ਸਾਈਕਲ ਅਸੀਂ ਸੜਕ ਤੇ ਚਲਾਈਏ, ਜ਼ਮੀਨ ਤੇ ਚਲਾਈਏ ਤਾਂ ਸਾਡੀ ਮੰਜ਼ਿਲ ਤੱਕ ਲੈ ਜਾਏ। ਬਾਈਕ ਨੂੰ ਤੁਸੀਂ ਸੜਕ ਤੇ ਚਲਾਓ ਤੇ ਮੰਜ਼ਿਲ ਤੱਕ ਲੈ ਜਾਏ, ਪਰ ਦਰਿਆ ਦੇ ਕਿਨਾਰੇ ਜਾ ਕੇ ਬਾਈਕ ਨੂੰ ਖਿਲਾਰ ਕੇ ਕੋਈ ਆਖੇ ਮੈਂ ਦਰਿਆ ਵਿੱਚੋਂ ਬਾਈਕ ਨੂੰ ਲੰਘਾ ਕੇ ਪਾਰ ਲੈ ਜਾਣਾ, ਤੇ ਉੱਥੇ ਬਾਈਕ ਕਾਰਗਰ ਨਹੀਂ ਹੋਵੇਗੀ। ਇਹ ਅਸੀਂ ਜਾਣਦੇ ਹਾਂ ਨਾ। ਜੇ ਸਾਡੀ ਕਾਰ ਭਾਵੇਂ ਕਿੱਡੀ ਹੋਈ ਕੀਮਤੀ ਹੋਵੇ, ਉਹ ਸੜਕ ਤੇ ਚੱਲੇਗੀ, ਪਰ ਜੇ ਆਖੇ ਉਹਨੂੰ ਸਮੁੰਦਰ ਦੇ ਕਿਨਾਰੇ ਖਿਲਾਰ ਕੇ ਮੈਂ ਸਮੁੰਦਰ ਨੂੰ ਕਾਰ ਨਾਲ ਹੀ ਪਾਰ ਕਰਨਾ ਹੈ, ਤੇ ਨਹੀਂ ਹੋ ਸਕੇਗੀ। ਸਿਮਰਨ ਕਰਕੇ ਮੈਂ ਨਿਰੰਕਾਰ ਤੱਕ ਪੁੱਜਣਾ ਹੈ, ਇਹ ਅੰਦਰ ਅਹੰਕਾਰ ਹੈ। ਸਮਝ ਲਓ ਕਾਰ ਨਾਲ ਸਮੁੰਦਰ ਨੂੰ ਪਾਰ ਕਰਨ ਦਾ ਪ੍ਰਯਾਸ ਕਰ ਰਹੇ ਹਾਂ, ਨਹੀਂ ਹੋਵੇਗਾ, ਸਮੁੰਦਰ ਪਾਰ ਨਹੀਂ ਹੋਵੇਗਾ। ਹਾਂ, ਕਾਰ ਮਦਦਗਾਰ ਹੈ ਜ਼ਮੀਨ ਤੇ। ਕਸ਼ਤੀ ਪਾਣੀ ਵਿੱਚ ਹੋਵੇ ਤੇ ਸਮੁੰਦਰ ਅੰਦਰ ਠੇਲ ਦਿੱਤੀ ਜਾਏ ਤੇ ਕਿਨਾਰੇ ਲੱਗ ਸਕਦੀ ਹੈ, ਮੰਜ਼ਿਲ ਤੱਕ ਪਹੁੰਚਾਏਗੀ। ਦਰਿਆਓ 'ਚ ਠੇਲ ਦਿਓ, ਦੂਜੇ ਕਿਨਾਰੇ ਲਗਾ ਦੇਗੀ। ਨਦੀ ਵਿੱਚ ਪਾ ਦਿਓ, ਦੂਜੇ ਕਿਨਾਰੇ ਲੈ ਜਾਏਗੀ। ਪਰ ਜੇ ਕਸ਼ਤੀ ਨੂੰ ਮਾਰੂ ਥਲ ਵਿੱਚ ਜਾ ਕੇ ਰੱਖ ਦਿਓ, ਤੇ ਕੀ ਕਸ਼ਤੀ ਸਾਨੂੰ ਮੰਜ਼ਿਲ ਤੱਕ ਲਿਜਾਏਗੀ? ਨਹੀਂ। ਸਮਝ ਲੈਣਾ, ਜਦੋਂ ਅਸੀਂ ਸਿਫਤ ਕਰਕੇ ਅੰਦਰੋਂ ਅਹੰਕਾਰ ਕਰਦੇ ਜਾਂ ਗਿਣਤੀਆਂ ਮਿਣਤੀਆਂ ਦੇ ਚੱਕਰ ਵਿੱਚ ਪੈ ਜਾਂਦੇ ਹੈ, ਤਾਂ ਅਸਾਂ ਨੇ ਆਪਣੇ ਮੰਜ਼ਿਲ ਤੇ ਪੁੱਜਣ ਵਾਲੇ ਸਿਮਰਨ ਰੂਪੀ ਸਾਧਨ ਰੂਪੀ ਕਸ਼ਤੀ ਨੂੰ ਅਸਾਂ ਨੇ ਮਾਰੂ ਥਲ ਵਿੱਚ ਜਾ ਕੇ ਰੱਖ ਦਿੱਤਾ। ਇਹ ਸਾਨੂੰ ਮੰਜ਼ਿਲ ਤੇ ਨਹੀਂ ਲਿਜਾਏਗਾ। ਸਿਮਰਨ ਮੁਬਾਰਕ ਹੈ, ਰਸਨਾ ਗਾਏ ਮੁਬਾਰਕ ਹੈ, ਪਰ ਰੇਤਾ ਉੱਤੇ ਰੱਖੀ ਹੋਈ ਕਸ਼ਤੀ ਆ ਜੀਭਾ ਚੱਪੂ ਬਣ ਜਾਏ ਤੇ ਸਾਡੀ ਸੁਰਤ ਕਸ਼ਤੀ ਹੋਵੇ। ਸਮਝ ਲੈਣਾ, ਜੀਭਾ ਹੋਵੇ ਚੱਪੂ, ਇਹ ਚੱਪੂ ਦਾ ਕੰਮ ਕਰਦੀ ਹੈ ਜੀਭ। ਜਦੋਂ ਜਦੋਂ ਅਸੀਂ ਵਾਹਿਗੁਰੂ 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 ਅਲਾਉਂਦੇ ਆ ਤੇ ਚੱਪੂ ਚੱਲ ਰਹੇ ਨੇ, ਪਰ ਇਹਨਾਂ ਚੱਪੂਆਂ ਦੇ ਚੱਲਣ ਨਾਲ ਸਾਡੀ ਸੁਰਤ ਰੂਪੀ ਕਸ਼ਤੀ ਵੀ ਤੇ ਅੱਗੇ ਵਧਣੀ ਚਾਹੀਦੀ ਹੈ। ਉਹ ਤੇ ਨਹੀਂ ਵੱਧ ਰਹੀ। ਬਈ ਪੁੱਛਿਆ ਕਸ਼ਤੀ ਅੱਗੇ ਕਿਉਂ ਨਹੀਂ ਵੱਧ ਰਹੀ? ਚੱਪੂ ਵੀ ਚਲਾਏ ਜਾ ਰਹੇ ਨੇ, ਕਸ਼ਤੀ ਵੀ ਹੈ, ਤੇ ਸਿਆਣਿਆਂ ਨੇ ਵੇਖ ਕੇ ਆਖਿਆ ਇਹਨੂੰ ਪਾਣੀ ਵਿੱਚ ਛੱਡ, ਚੱਪੂ ਵੀ ਕਾਰਗਰ ਹੋਵੇਗਾ, ਕਸ਼ਤੀ ਵੀ ਕਾਰਗਰ ਹੋਵੇਗੀ। ਪਰ ਜੇਕਰ ਤੂੰ ਬਰੇਤੀ ਉੱਤੇ ਰੱਖ ਕੇ ਕਸ਼ਤੀ ਨੂੰ ਚੱਪੂ ਜ਼ਮੀਨ ਤੇ ਮਾਰਦਾ ਰਿਹਾ ਤੇ ਇਹਨੇ ਅੱਗੇ ਨਹੀਂ ਉਹ ਵਧਣਾ। ਉਹ ਸਜਣਾ ਰਸਨਾ ਨਾਲ ਜਪ ਜਪ ਕੇ ਗੁਮਾਨ ਕਰਦਾ ਰਿਹਾ ਔਰ ਗਿਣਦਾ ਰਿਹਾ ਆਪਣੀ ਰਸਨਾ ਤੋਂ ਕਿ ਮੈਂ ਇੰਨੇ ਜਾਪ ਕਰ ਚੁੱਕਿਆ। ਹਜ਼ੂਰ ਨੇ ਇਸ਼ਾਰਾ ਸਪਸ਼ਟ ਸ਼ਬਦਾਂ ਵਿੱਚ ਦਿੱਤਾ ਹੈ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼। ਤੇ ਫਿਰ ਕੀ ਕਹਿੰਦੇ ਨੇ,
ਅਗਲੀਆਂ ਪੰਕਤੀਆਂ ਵਿੱਚ ਭਾਈ ਸਾਹਿਬ ਕੋਲੋਂ ਸ਼ਰਵਣ ਕਰੋ। ਏਤ ਰਾਹੇ ਪਤ ਪਵੜੀਆਂ ਚੜੀਐ ਹੋਏ ਅਕੀਸ਼। ਏਤ ਰਾਹ ਪਤ ਪਵੜੀਆਂ। ਏਤ ਰਾਹ ਕਿਹੜਾ? ਪਰਮਾਤਮਾ ਦੇ ਮਿਲਾਪ ਵਾਲਾ, ਕਿਉਂਕਿ ਅਸੀਂ ਵਿਛੜੇ ਹੋਏ ਹਾਂ, ਅਸੀਂ ਪਰਮਾਤਮਾ ਨਾਲੋਂ ਵਿਛੜੇ ਹੋਏ ਹਾਂ। ਤੇ ਕਿਹੜਾ ਰਸਤਾ? ਏਤ ਰਾਹ ਪਰਮਾਤਮਾ ਦੇ ਮਿਲਾਪ ਵਾਲਾ ਮਾਰਗ। ਪਤ, ਪਤ ਦਾ ਇੱਥੇ ਅਰਥ ਕਰਾਂਗੇ ਪਤੀ, ਪਰਮਾਤਮਾ ਸਾਡਾ ਖਸਮ ਸਿਰ ਦਾ ਸੁਆਮੀ, ਮਾਲਕ ਨਿਰੰਕਾਰ। ਏਤ ਰਾਹ ਪਤ ਪਵੜੀਆਂ, ਪਰਮਾਤਮਾ ਦੇ ਮਿਲਾਪ ਵਾਲੇ ਰਸਤੇ ਤੇ ਅਗਰ ਚੱਲਣਾ ਹੈ ਤੇ ਗੱਲ ਯਾਦ ਰੱਖ, ਏਤ ਰਾਹ ਪਤ ਪਵੜੀਆਂ ਚੜੀਏ ਹੋਏ 21। ਚੜਨਾ, ਇਹ ਚੜਨਾ ਸ਼ਬਦ ਕਿਉਂ ਵਰਤਿਆ? ਕਿਹੜਾ ਪਰਮਾਤਮਾ ਕਿਸੇ ਉੱਚੇ ਥਾਂ ਤੇ ਚੜ ਕੇ ਬੈਠਾ? ਇਹ ਅੰਤਰ ਅਵਸਥਾ ਦੀ ਗੱਲ ਹੋ ਰਹੀ। ਇੰਝ ਸਮਝੋ, ਅਸੀਂ ਜੀਵ ਵਿਕਾਰਾਂ ਦੇ ਟੋਏ ਵਿੱਚ ਡਿੱਗੇ ਹੋਏ ਹਾਂ ਤੇ ਪਰਮਾਤਮਾ ਮਾਨੋ ਇੱਕ ਠੰਡੇ, ਉੱਚੇ, ਬਰਫੀਲੇ, ਸ਼ਾਂਤ ਅਸਥਾਨ ਤੇ ਚੌਂਕੜਾ ਲਾਈ ਬੈਠਾ। ਭਾਵ ਅਰਥ, ਜਿਵੇਂ ਸਮੁੰਦਰ ਉੱਤੋਂ ਲਹਿਰਾਂ ਛੱਡਦਾ, ਉੱਤੋਂ ਉਤਲ ਪੁਤਲ ਹੈ, ਤੁਸੀਂ ਝਾਤ ਮਾਰੋਗੇ, ਬਾਹਰੋਂ ਵੇਖੋਗੇ ਤਾਂ ਸਮੁੰਦਰ ਨੂੰ ਦੇਖ ਕੇ ਬੰਦਾ ਕਹੇਗਾ ਬਈ ਬੜਾ ਭਿਆਨਕ ਹੈ। ਪਰ ਉਸੇ ਸਮੁੰਦਰ ਅੰਦਰ ਕੋਈ ਗੋਤਾਖੋਰ ਚੁੱਭੀ ਮਾਰੇ ਤਾਂ ਹੇਠੋਂ ਸਮੁੰਦਰ ਬੜਾ ਸ਼ਾਂਤ ਦਿਖਾਈ ਦਿੰਦਾ। ਹੇਠੋਂ ਸਮੁੰਦਰ ਬੜਾ ਸ਼ਾਂਤ ਹੈ, ਉੱਪਰੋਂ ਲਹਿਰਾਂ ਨੇ, ਉੱਪਰ ਸ਼ੋਰ ਸ਼ਰਾਬਾ ਹੈ, ਉੱਪਰ ਦਿਖਾਈ ਦਿੰਦਾ ਹੈ ਭਿਆਨਕ। ਤੇ ਗੁਰੂ ਕੀ ਸੰਗਤ, ਹੇਠੋਂ ਜਿਵੇਂ ਸਮੁੰਦਰ ਬੜਾ ਸ਼ਾਂਤ ਹੈ, ਇਸੇ ਤਰ੍ਹਾਂ ਇਹ ਨਿਰੰਕਾਰ ਦੀ ਬਣਾਈ ਦੁਨੀਆ ਲਹਿਰਾਂ ਦੀ ਤਰ੍ਹਾਂ ਅਸ਼ਾਂਤ ਨਜ਼ਰ ਆਉਂਦੀ ਹੈ। ਪਰ ਇਹਨਾਂ ਦੇ ਅੰਦਰ ਕਿਸੇ ਨਾ ਕਿਸੇ ਟਿਕਾਣੇ ਹਿਰਦੇ ਵਿੱਚ ਪਰਮਾਤਮਾ ਬੜਾ ਸ਼ਾਂਤ ਹੋ ਕੇ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣਿਆ ਬੈਠਾ ਹੈ। ਉੱਥੇ ਪੁੱਜਣ ਵਾਸਤੇ ਏਤ ਰਾਹ ਪਤ ਪਵੜੀਆਂ ਚੜੀਏ ਹੋਏ 21। 21 ਦਾ ਅਰਥ ਕੀ ਹੈ? ਪਰਮਾਤਮਾ ਨਾਲ ਮਿਲਾਪ, ਇੱਕਮਿਕ ਹੋ ਜਾਣਾ, ਉਹਦੇ ਵਿੱਚ ਅਭੇਦ ਹੋ ਜਾਣਾ। ਜਿਵੇਂ ਇੱਕ ਬੂੰਦ ਪਾਣੀ ਵਿੱਚ ਡਿੱਗੇ ਤੇ ਉਹ ਪਾਣੀ ਦਾ ਰੂਪ ਬਣ ਗਈ, ਸਮੁੰਦਰ ਦਾ ਰੂਪ ਬਣ ਗਈ। ਪਰ ਇਹ ਨਹੀਂ ਹੋ ਸਕਦਾ ਕਿ ਬੂੰਦ ਆਖੇ ਸਮੁੰਦਰ ਮੇਰੇ ਵਿੱਚ ਸਮਾ ਜਾਏ, ਇਹ ਨਹੀਂ ਹੋ ਸਕਦਾ। ਬੂੰਦ ਸਮੁੰਦਰ ਵਿੱਚ ਅਭੇਦ ਹੋ ਸਕਦੀ ਹੈ, ਨਾ ਕਿ ਸਮੁੰਦਰ ਬੂੰਦ ਵਿੱਚ। ਗੁਰੂ ਕੀ ਸੰਗਤ, ਮਿਲਾਪ ਪਰਮਾਤਮਾ ਨਾਲ ਕਰਨਾ ਹੈ ਤਾਂ ਅਹੰਕਾਰ ਤਿਆਗ ਕੇ ਹੀ ਹੋਵੇਗਾ। ਇਹ ਤਰ੍ਹਾਂ ਮਿਲਾਪ ਦੇ ਮਾਰਗ 'ਚ ਅਹੰਕਾਰ ਨਹੀਂ ਚੱਲੇਗਾ, ਉਸ ਨੂੰ ਤਿਆਗਣਾ ਪੈਣਾ ਹੈ। ਇੱਕ ਮੰਦਿਰ ਬਣਿਆ ਸੀ ਬੜਾ ਖੂਬਸੂਰਤ, ਔਰ ਉਹਦੇ ਬਾਹਰ ਲਿਖਿਆ ਸੀ, ਇਸ ਮੰਦਿਰ ਦੇ ਅੰਦਰ ਕੋਈ ਵੀ ਚੀਜ਼ ਨਾਲ ਲਿਜਾਣ ਦੀ ਇਜਾਜ਼ਤ ਨਹੀਂ, ਕੋਈ ਵੀ ਵਸਤੂ ਨਾਲ ਲਿਜਾਣ ਦੀ ਇਜਾਜ਼ਤ ਨਹੀਂ। ਹੁਣ ਜੋ ਜਿਸ ਬੰਦੇ ਕੋਲ ਹੁੰਦਾ ਸੀ ਉਹ ਰੱਖ ਕੇ ਬਾਹਰ ਤੇ ਅੰਦਰ ਦਰਸ਼ਨ ਕਰ ਆਉਂਦਾ। ਇੱਕ ਸਾਧੂ ਆਪਣੀ ਪੋਟਲੀ ਲੈ ਕੇ, ਆਪਣੀ ਝੋਲੀ ਲੈ ਕੇ ਉਸ ਮੰਦਿਰ ਦੇ ਦਰਵਾਜ਼ੇ ਦੇ ਨੇੜੇ ਗਿਆ ਤੇ ਜਿਹੜਾ ਪਹਿਰੇਦਾਰ ਖਲੋਤਾ ਸੀ ਉਹਨੇ ਰੋਕ ਦਿੱਤਾ, ਕਹਿਣ ਲੱਗਾ ਜੇ ਪੜ੍ਹਨਾ ਨਹੀਂ ਆਉਂਦਾ ਤੇ ਮੈਂ ਤੈਨੂੰ ਦੱਸ ਦੇਣਾ ਕਿ ਇਸ ਮੰਦਿਰ ਦੇ ਅੰਦਰ ਕੋਈ ਵੀ ਵਸਤੂ ਲਿਜਾਣ ਦੀ ਇਜਾਜ਼ਤ ਨਹੀਂ ਹੈ। ਉਹਨੇ ਆਖਿਆ ਜੀ ਠੀਕ ਹੈ। ਉਹਨੇ ਆਪਣੇ ਮੋਢੇ ਨਾਲੋਂ ਝੋਲੀ ਲਾਈ, ਇੱਕ ਪਾਸੇ ਰੱਖ ਦਿੱਤੀ, ਫਿਰ ਕਦਮਾਂ ਨਾਲ ਚੱਲਦਾ ਹੋਇਆ ਮੰਦਿਰ ਦੇ ਦਰਵਾਜ਼ੇ ਦੇ ਕੋਲ ਆਇਆ। ਪਹਿਰੇਦਾਰ ਬੜਾ ਸਿਆਣਾ ਸੀ, ਉਹਨੇ ਫਿਰ ਪੁੱਛਿਆ ਵੀ ਸੱਜਣਾ ਸਭ ਕੁਝ ਰੱਖ ਆਇਆ, ਤੇਰੇ ਕੋਲ ਕੁਝ ਹੈ ਤਾਂ ਨਹੀਂ? ਆਖਣ ਲੱਗਾ ਮੇਰੇ ਕੋਲ ਇੱਕ ਝੋਲੀ ਸੀ ਮੇਰੇ ਮੋਢੇ ਨਾਲ ਪਾਈ, ਉਹਦੇ ਵਿੱਚ ਮੇਰੀ ਥੋੜ੍ਹੀ ਬਹੁਤ ਭੁਗਤ ਸੀ, ਕੁਝ ਵਰਤਣ ਦੇ ਪਦਾਰਥ ਸਨ, ਉਹ ਮੈਂ ਉਤਾਰ ਕੇ ਇੱਕ ਪਾਸੇ ਰੱਖ ਆਇਆ, ਹੁਣ ਕੁਝ ਨਾਲ ਤੇ ਨਹੀਂ ਲਿਆਇਆ? ਆਖਣ ਲੱਗਾ ਹੁਣ ਮੈਂ ਨਾਲ ਕੁਝ ਨਹੀਂ ਲਿਆਇਆ, ਸਿਰਫ ਮੈਂ ਹੀ ਆਇਆ। ਕਹਿਣ ਲੱਗਾ ਜਿਹੜੀ ਬਾਹਰ ਛੱਡਣ ਵਾਲੀ ਚੀਜ਼ ਸੀ ਉਹਨੂੰ ਨਾਲ ਲੈ ਆਇਆ। ਇਸ ਮੰਦਿਰ ਵਿੱਚ, ਇਸ ਅਸਥਾਨ ਤੇ ਇਹ ਮੈਂ ਹੀ ਤੇ ਮਿਲਾਪ ਨਹੀਂ ਹੋਣ ਦਿੰਦੀ। ਬਾਹਰ ਛੱਡ ਕੇ ਆਉਣੀਆਂ ਸੀ ਵਸਤੂਆਂ, ਉਹ ਨਹੀਂ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਸੀ, ਇਹ ਝੋਲੀ, ਇਹ ਚਿੱਪੀ, ਇਹ ਤੇ ਲੈ ਵੀ ਆਏਗਾ ਤੇ ਕੋਈ ਗੁਨਾਹ ਨਹੀਂ। ਪਰ ਜਿਹੜੀ ਮੈਂ ਨੂੰ ਆਪਣੇ ਨਾਲ ਲੈ ਕੇ ਆ ਰਿਹਾ ਹੈ, ਇਸ ਮੈਂ ਨੂੰ ਬਾਹਰ ਛੱਡ ਕੇ ਆਉਣਾ ਸੀ, ਉਹਨੂੰ ਜੋੜਿਆਂ ਵਿੱਚ ਉਤਾਰ ਕੇ ਆਉਣਾ ਸੀ। ਅਸੀਂ ਜੋੜੇ ਬਾਹਰ ਕਿਉਂ ਉਤਾਰਦੇ ਹਾਂ?
ਜੋੜੇ ਇਸ ਲਈ ਉਤਾਰਨੇ ਹੈ ਕਿ ਮਾਲਕ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਸਾਡੇ ਕਦਮਾਂ 'ਚ ਤੇ ਜੋੜਾ ਵੀ ਨਹੀਂ, ਕਿਉਂਕਿ ਜੁੱਤੀ ਮਨੁੱਖ ਦਾ ਅਹੰਕਾਰ, ਇਹਦੀ ਪੱਗ ਤੇ ਜੁੱਤੀ ਦੋ ਚੀਜ਼ਾਂ ਇਹਦਾ ਅਹੰਕਾਰ ਬਣ ਜਾਂਦੀਆਂ ਨੇ। ਇਹ ਸਵੈਮਾਨ ਤੇ ਹੋਣ, ਅਹੰਕਾਰ ਨਾ ਬਣ, ਦਸਤਾਰ ਅਹੰਕਾਰ ਨਾ ਬਣੇ। ਇਹ ਸ਼ਾਨ ਹੈ ਸਾਡੀ, ਮਾਨ ਹੈ ਸਾਡਾ, ਪਰ ਅਹੰਕਾਰ ਨਹੀਂ। ਜੋੜਾ ਉਤਾਰਨ ਦਾ ਮਤਲਬ ਸੀ ਮੇਰੇ ਅੰਦਰ ਕੋਈ ਅਹੰਕਾਰ ਨਹੀਂ ਹੈ, ਮੈਂ ਤੇਰੇ ਦਰ ਤੇ ਭਿਖਾਰੀ ਬਣ ਕੇ ਆਇਆ। ਜਦੋਂ ਜੁੱਤੀ ਉਤਾਰ ਕੇ ਅੰਦਰ ਆਉਣਾ ਹੈ ਤੇ ਸੱਜਣਾ ਉਸ ਪਲ ਕਿਤੇ ਜੁੱਤੀ ਦੇ ਵਿੱਚ, ਜੋੜਿਆਂ ਦੇ ਵਿੱਚ ਆਪਣੇ ਅਹੰਕਾਰ ਨੂੰ ਵੀ ਬਿਠਾ ਕੇ ਆ ਜਾਏ। ਗੁਰੂ ਕੀ ਸੰਗਤ ਜੀ, ਜਿਨ੍ਹਾਂ ਨੂੰ ਸਮਝ ਆਈ ਨਾ, ਤੁਸੀਂ ਕਦੇ ਇਤਿਹਾਸ ਦੇ ਪੰਨੇ ਫਰੋਲੋ। ਸਾਡਾ ਇਤਿਹਾਸ ਦੱਸਦਾ ਜਦੋਂ ਗੁਰੂ ਪਾਤਸ਼ਾਹ ਦੀ ਸੇਵਾ ਕਰਨ ਵਾਲੇ ਆਪਣਾ ਜੀਵਨ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਚੁੱਕੇ, ਨਵਾਬੀ ਦੇਣ ਦਾ ਜ਼ਿਕਰ ਆਇਆ ਨਾ ਜਿੱਦਣ, ਨਾਮ ਤੁਹਾਨੂੰ ਸਾਰਿਆਂ ਨੂੰ ਚੇਤਾ, ਨਵਾਬੀ ਦੇਣ ਦਾ ਜ਼ਿਕਰ ਆਇਆ, ਆਖਿਆ ਨਵਾਬੀ ਦੇਣੀ ਹੈ ਤੁਹਾਨੂੰ, ਤੇ ਕਹਿਣ ਲੱਗੇ ਨਵਾਬੀ ਦੇਣੀ ਹੈ ਤੇ ਘੋੜਿਆਂ ਦੀ ਸੇਵਾ ਨਾ ਖੋਇਆ ਜੀ। ਮੈਂ ਇਨਕਾਰ ਨਹੀਂ ਕਰਦਾ, ਨਵਾਬੀ ਦੇ ਦਿਓ। ਉਹ ਕਹਿਣ ਲੱਗੇ ਫਿਰ ਇਹ ਨਵਾਬ ਘੋੜਿਆਂ ਦੀ ਸੇਵਾ ਕਰਦਾ ਚੰਗਾ ਲੱਗੇਗਾ, ਇਹ ਤੇ ਯੋਗ ਕਰਮ ਨਹੀਂ ਹੈ। ਕਹਿਣ ਲੱਗਾ ਫਿਰ ਨਵਾਬੀ ਨੂੰ ਬਾਹਰ ਰੱਖ ਦਿਓ। ਇਤਿਹਾਸ ਕਹਿੰਦਾ ਹੈ ਉਹ ਨਵਾਬੀ ਜੁੱਤੀਆਂ ਵਿੱਚ, ਜੋੜਿਆਂ ਵਿੱਚ ਰਖਵਾਈ। ਅਹੰਕਾਰ ਸੀ ਨਾ, ਜਿਹੜੇ ਕਰਮ ਨੂੰ ਕਪਾ ਕੇ ਅਹੰਕਾਰ ਪੈਦਾ ਹੋ ਜਾਏ ਉਹਨੂੰ ਸਿੱਖ ਬਾਹਰ ਤਿਆਗ ਦਿੰਦਾ ਹੈ, ਤੇ ਜਿਹੜਾ ਸਿਮਰਨ ਜਪ ਤਪ ਕਰਕੇ ਬੰਦੇ ਦੇ ਅੰਦਰ ਰੱਬ ਦੇ ਮਿਲਾਪ ਲਈ ਚੱਲਦਿਆਂ ਹੋਇਆਂ ਅਹੰਕਾਰ ਪੈਦਾ ਹੋ ਜਾਏ, ਉਸ ਕਰਮ ਨੂੰ ਵੀ ਸਿੱਖ ਬਾਹਰ ਰੱਖਦਾ ਹੈ। ਔਰ ਜਿੱਦਣ ਬਾਹਰ ਰੱਖ ਕੇ ਗੁਰੂ ਦੇ ਦੁਆਰੇ ਤੇ ਆਏਗਾ, ਉਸ ਦਿਨ ਸੱਚਮੁੱਚ ਇਹਦਾ ਮਿਲਾਪ ਨਿਰੰਕਾਰ ਦੇ ਨਾਲ ਜ਼ਰੂਰ ਹੋਵੇਗਾ। ਕਰੀਏ ਗੁਰ ਵਿਚਾਰ